परतख गुरु निस्तारै, बाणी बिरलो विचारसी। जे को गुरमुख होए, एह बाणी महापुरख की। निज कर वासा होए, बिलावल महल्ला पहला। शंत दखनी एक ओंकार, सतगुर प्रसाद। श्री तर मोहेड़ी, फिर संग सूती राम। गुर कै पाए चलो, साच संगूती राम। तन साच संगूती, हर संग सूती। संग सखी सहेलियां, एक पाए एक मन नाम वसिया। सतगुरु हम मेलियां, दिन रहन कड़ी नाचसा विसरै। सास सास निरंजनो, शब्द जोत जगाए। दीपक नानका पौ पंजनो। जोत सबाइयड़े, त्रिभुवन सारे राम। काट काट रव रहया, अलख अपारे राम। अलख अपार अपार साचा, आप मार मिलाइए। हाँ मैं ममता लोभ जालो, शब्द मैल चुकाइए। दर जाए दर्शन करी, पाणे तार तारण हारिया। हर नाम अमृत चाख तृप्ति, नानका उर तारिया। दर जाए दर्शन करी पाणे, तार तारण हारिया। हर नाम अमृत चाख तृप्ति, नानका
खालसा वाहिगुरु जी की फतेह। इस पावन शब्द की विचार ਗਿਆਨੀ ਰਣਜੀਤ ਸਿੰਘ जी गौहर आप जी ਨੂੰ ਸਰਵਣ ਕਰਵਾਉਣਗੇ। 31 ਤਰੀਕ परसों गुरु हर राय साहब महाराज 7वें पातशाह सतगुरु जी का पवित्र प्रकाश गुरपुरब है, जो 31 तरीक शाम ਨੂੰ ही 6:30 बजे तो लैके रात 11:15 बजे तक बड़े चाह उमा शरदा सत्कार दे नाल इस अस्थान ते मनाया जाएगा। 3 तरीक ਨੂੰ भगत रविदास जी का पवित्र जन्म दिहाड़ा है, वो भी इस अस्थान ते शाम ਨੂੰ 6:30 बजे तो लैके रात 11:15 बजे तक मनाया जाएगा। सो आप संगत नूं बेनती है, आप जी ने हाजरियां भर के सेवा करके गुरु की बख्शिशां प्राप्त करनियां जी। वाहिगुरु जी का खालसा वाहिगुरु जी की फतेह। और सतनाम करता पुरख निर्भव निर्वैर अकाल मूरत अजूनी सैभं गुरु प्रसाद। नहीं जान जाए कसु रूप रेखं, कहाँ बासता को फिरै कौन पेखं। कहा नाम तां को कहाँ कै कहावै। कहा मैं बखानो कहे मोह न आवे। कहूँ फूल होए कै भले राज फूले। कहूँ पमर होए कै भली भांत पोले। कहूँ पवन होए कै बहे बेग ऐसे। कहे मोह न आवे कथों ताए कैसे। मुँह कुचरे शास्त्र खट पिंग गिरन चढ़ जाए। अंध लखै बधरो सुने जो काल कृपा कराए। अंध लखै बधरो सुने जो काल कृपा कराए। परम सन्मान आवर साहिब कमाल बारगाह इनायत के मालक, कलयुगी जीवों के उद्धारकर्ता, साहिबे सहाबा जोत रूप हर आप, महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी कदमां च बिराजमान गुरु प्यारी साध संगत, सतगुरु जी दी महान इनायत दा सदका साडे सारियां दे सिर ते बख्शिशमयी रखे हथ दा सदका जीवन दा अज दा दिन भी प्राप्त होया। और इस नवें दिन दी जो नवें जन्म समान है शुरुआत करन दा बल भी साहिब जी ने
ਇਸ ਸੰਸਾਰ ਦੇ ਮਹਾਨ ਪਵਿੱਤਰ ਅਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਿਵਾਸ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਤੋਂ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਆਪਨੇ ਸਰਵਣ ਕੀਤਾ। ਕੁਝ ਸਮਾਂ ਹੋਰ ਗੁਰੂ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦੀ ਲੜੀਵਾਰ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ 8ਵੇਂ ਗੁਰੂ ਨਾਨਕ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁਬਾਰਕ ਚਰਨਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸੀਸ ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੀ ਮਿਹਰਮਤ ਨੂੰ ਮਹਿਸੂਸ ਕਰਦਿਆਂ, ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਦੇ ਮਾਲਕ ਧੰਨ ਧੰਨ ਗੁਰੂਦੇਵ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਸਾਹਿਬ ਗੁਰੂਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਮਹਾਂਬੋਲ ਨੇ। ਸ੍ਰੀ ਧਰ ਮੋਹਿ ਅੜੀ, ਪਿਰ ਸੰਗ ਸੂਤੀ ਰਾਮ। ਗੁਰ ਕੈ ਭਾਏ ਚਲੋ, ਸਾਚ ਸੰਗੂਤੀ ਰਾਮ। ਤਨ ਸਾਚ ਸੰਗੂਤੀ, ਹਰ ਸੰਗ ਸੂਤੀ। ਸੰਗ ਸਖੀ ਸਹੇਲੀਆਂ, ਇਕ ਪਾਏ ਇਕ ਮਨ ਨਾਮ ਵਸਿਆ। ਸਤਿਗੁਰੂ ਹਮ ਮੇਲੀਆ। ਦਿਨ ਰਹਿਣ ਘੜੀ ਨ ਚਸਾ ਵਿਸਰੈ, ਸਾਸ ਸਾਸ ਨਿਰੰਜਨੋ। ਸ਼ਬਦ ਜੋਤ ਜਾਗਾਏ, ਦੀਪਕ ਨਾਨਕਾ ਪਉ ਪੰਜਨੋ। ਬੜੇ ਮਹਾਂਬੋਲ ਨੇ ਸਤਿਗੁਰੂ ਪਾਤਸ਼ਾਹ ਜੀ ਦੇ। ਇਸ ਪਾਵਨ ਬਚਨ ਵਿੱਚ ਮੇਰੇ ਪਾਤਸ਼ਾਹ ਜੀ ਨੇ 3 ਵਿਚਾਰ ਜਗਤ ਦੀ ਝੋਲੀ 'ਚ ਪਾਏ ਨੇ। ਸਭ ਤੋਂ ਪਹਿਲਾ ਵਿਚਾਰ ਹੈ ਕਿ ਜਿਹੜੀ ਜੀਵ ਇਸਤਰੀ ਸੰਸਾਰ ਤੇ ਜੀਵਨ ਨੂੰ ਥੋੜ੍ਹਾ ਚਿਰ ਸਮਝਦਿਆਂ ਹੋਇਆਂ, ਥੋੜ੍ਹਾ ਚਿਰਾ ਸਮਝਦਿਆਂ ਹੋਇਆਂ, ਸ੍ਰੀ ਧਰ ਦਾ ਮਤਲਬ ਹੈ ਲక్ష్ਮੀ ਦਾ, ਪਦਾਰਥਾਂ ਦਾ, ਧਨ ਦਾ ਆਸਰਾ। ਉਸ ਦੇ ਜੀਵਨ ਵਿੱਚ, ਉਸ ਦੀ ਮਿਹਰਮਤ ਵਿੱਚ ਜਿਹੜੀ ਮੋਹੀ ਜਾਂਦੀ ਹੈ, ਪ੍ਰਭੂ ਪਿਆਰ ਦੇ ਵਸ ਹੋ ਚੁੱਕੀ ਹੈ, ਉਹ ਸੂਤੀ ਤੋਂ ਮੁਰਾਦ ਹੈ ਸਮਾਧੀ ਲੀਨ ਹੋ ਜਾਣਾ। ਇੱਥੇ ਸਰੀਰਕ ਕਿਰਿਆਵਾਂ, ਤਮਾਮ ਪਾਪ ਕਿਰਿਆਵਾਂ, ਮਨ ਦੇ ਅਵਿਚਾਰ ਸੌਂ ਜਾਂਦੇ ਨੇ ਤੇ ਹਿਰਦਾ ਸਮਾਧੀ ਲੀਨਤਾ ਨੂੰ ਹਾਸਲ ਕਰਦਾ ਹੈ। ਦੂਸਰਾ ਵਿਚਾਰ ਹੈ ਗੁਰ ਕੈ ਭਾਏ ਚਲੋ, ਸਾਚ ਸੰਗੂਤੀ ਰਾਮ। ਆਪਣੇ ਜੀਵਨ ਨੂੰ ਇਸ ਤਰ੍ਹਾਂ ਨਾਲ ਵਿਚਰਦੇ ਹੋਏ ਵਰਤਣਾ, ਜੀਵਨ ਵਿੱਚ ਵਿਚਰਨਾ
ਕਿ ਮੁਕੰਮਲ ਤੌਰ ਤੇ ਜੀਵਨ ਗੁਰੂ ਦੀ ਰਜ਼ਾ ਵਿੱਚ ਆ ਜਾਏ, ਗੁਰੂ ਦੀ ਰਜ਼ਾ ਨੂੰ ਆਪਣੇ ਸਿਰ ਮੱਥੇ ਤੇ ਪ੍ਰਵਾਨ ਕਰਨਾ। ਤੇ ਤੀਸਰਾ ਮਹਾਨ ਵਿਚਾਰ ਹੈ ਸਾਚ ਸੰਗੂਤੀ ਰਾਮ। ਤੇ ਸੰਗੂਤੀ ਦਾ ਮਤਲਬ ਹੈ ਐਸੇ ਪੁਰਖਾਂ ਦੀ ਸੰਗਤ ਵਿੱਚ ਰਹਿਣਾ ਜਿਨ੍ਹਾਂ ਦਾ ਹਿਰਦਾ ਸੱਚ ਨਾਲ ਜੁੜਿਆ ਹੋਇਆ ਹੋਵੇ। ਜਾਂ ਇਸ ਨੂੰ ਇਸ ਪਾਸਿਓਂ ਵੀ ਸ਼ੁਰੂ ਕਰ ਸਕਦੇ ਹਾਂ, ਗੁਰਮੁਖਾਂ ਦੀ ਸੰਗਤ ਵਿੱਚ ਰਹਿਣਾ, ਗੁਰੂ ਦੀ ਰਜ਼ਾ ਵਿੱਚ ਚੱਲਣਾ ਤੇ ਪਰਮਾਤਮਾ ਵਿੱਚ ਲੀਨ ਹੋ ਜਾਣਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੋ ਬੋਲ ਦਾਸ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹੈ, ਤੁਸੀਂ ਬੜੇ ਧਿਆਨ ਨਾਲ ਸਰਵਣ ਕਰਨਾ। ਇਸ ਗੱਲ ਦੀ ਵੀ ਬੜੀ ਪ੍ਰਸੰਨਤਾ ਹੈ ਕਿ ਜਿਤਨੇ ਸੱਜਣ ਇਸ ਅਸਥਾਨ ਤੇ ਬੈਠ ਕੇ ਸਰਵਣ ਕਰ ਰਹੇ ਹਨ, ਉਂਝ ਮੌਸਮ ਦੀ ਬੜੀ ਦੁਸ਼ਵਾਰੀ ਹੈ, ਬੜਾ ਠੰਡ ਦਾ ਮੌਸਮ ਹੈ, ਬਾਹਰ ਚੱਲਣਾ ਵੀ ਔਖਾ ਹੈ, ਤੇ ਫਿਰ ਵੀ ਪ੍ਰੇਮੀ ਹਿਰਦੇ ਪ੍ਰਭੂ ਪ੍ਰੇਮ ਵਿੱਚ ਭਰੇ ਹੋਏ ਜਿਨ੍ਹਾਂ ਨੇ ਨਿਯਮ ਬਣਾ ਰੱਖਿਆ ਹੈ ਕਿ ਜੀਵਨ ਦੇ ਹਰ ਦਿਨ ਦੀ ਸ਼ੁਰੂਆਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਰਨ ਚੁੰਮ ਕੇ ਹੀ ਕਰਨੀ ਹੈ। ਉਹ ਪ੍ਰੇਮ ਭਿੱਜਿਆ ਹਿਰਦਾ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਬਰਕਤਾਂ ਨੂੰ ਮਾਣਨ ਲਈ ਹਰ ਰੋਜ਼ ਹੀ ਪਹੁੰਚਦੇ, ਔਰ ਇਸ ਸਥਾਨ ਤੇ ਬੈਠ ਕੇ ਬਾਣੀ ਦਾ ਗਾਇਨ, ਬਾਣੀ ਦਾ ਪਾਠ ਤੇ ਗੁਰੂ ਵਿਚਾਰਾਂ ਸਰਵਣ ਕਰਦੇ ਨੇ। ਉਹਦੇ ਨਾਲ ਨਾਲ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਸਾਰੇ ਸੰਸਾਰ ਦੇ ਵੱਡੇ ਵੱਡੇ ਮੁਲਕਾਂ ਵਿੱਚ ਇਸ ਸਥਾਨ ਤੋਂ ਸਿੱਧਾ ਲਾਈਵ ਪ੍ਰਸਾਰਣ ਜਾਂਦਾ ਹੈ। ਆਪਣੇ ਘਰ ਵਿੱਚ ਬੈਠਿਆਂ ਸ੍ਰੀ ਬੰਗਲਾ ਸਾਹਿਬ ਦਾ ਦੀਦਾਰ ਹੁੰਦਾ ਹੈ, ਔਰ ਸਵੇਰੇ ਸਵੇਰੇ ਤੁਹਾਡਾ ਡਰਾਇੰਗ ਰੂਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਰਨਾਂ ਦੀਆਂ ਤਰੰਗਾਂ ਨਾਲ ਪਵਿੱਤਰ ਹੋ ਜਾਂਦਾ। ਮੈਨੂੰ ਹੁਣੇ ਕਿਸੇ ਸੱਜਣ ਨੇ ਦੱਸਿਆ ਬਈ ਇੰਗਲੈਂਡ ਵਿੱਚ ਇਹ ਜਿਹੜਾ ਇੱਥੋਂ ਦਾ ਸਾਰਾ ਦਿਨ ਦਾ ਸਮਾਗਮ ਹੈ, ਖਾਸ ਕਰਕੇ ਗੁਰਬਾਣੀ ਵਿਚਾਰ, ਗੁਰਬਾਣੀ ਆਸਾ ਕੀ ਵਾਰ ਦਾ ਗਾਇਨ, ਇੱਕ ਰਾਜ ਰੇਡੀਓ ਨਾਮ ਦੀ ਸੰਸਥਾ ਹੈ ਇੰਗਲੈਂਡ 'ਚ, ਉਹ ਸਾਰਾ ਬਰੋਡਕਾਸਟ ਕਰਦੇ। ਔਰ ਇੱਕ ਨਹੀਂ, ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਨੇ ਜਿਹੜੀਆਂ ਇਸ ਥਾਂ ਦੇ ਪਾਵਨ ਪ੍ਰਸਾਰਣ ਨੂੰ ਮੋਬਾਈਲ ਫੋਨ ਰਾਹੀਂ ਵੀ ਪ੍ਰਸਾਰਿਤ ਕਰਦੀਆਂ ਨੇ। ਅੱਗੇ ਚੱਲਦੇ ਹੋਏ ਲੋਕ ਆਪਣੀਆਂ ਕਾਰਾਂ ਵਿੱਚ ਸੁਣ ਸਕਦੇ ਹਨ, ਕੰਮਕਾਰ ਕਰਦਿਆਂ ਕਿਰਤੀ ਲੋਕ ਆਪਣੇ ਫੋਨ ਤੇ ਸੁਣ ਸਕਦੇ ਹਨ। ਬੜਾ ਵੱਡਾ ਇਹਨਾਂ ਗੁਰਸਿੱਖਾਂ ਦਾ ਉਪਰਾਲਾ ਹੈ। ਭਾਵੇਂ ਆਪ ਗੁਰੂ ਦਰਬਾਰ ਵਿੱਚ ਬੈਠੇ ਸਰਵਣ ਕਰ ਰਹੇ ਹੋ, ਜਾਂ ਮੈਂ ਅਰਜ਼ ਕਰਾਂ ਆਪਣੇ ਪਰਿਵਾਰ 'ਚ ਬੈਠੇ ਸਰਵਣ ਕਰ ਰਹੇ ਹੋ, ਇਹ ਜਿਹੜਾ ਸਮਾਂ ਹੈ ਨਾ, ਸਿੱਖੀ ਪ੍ਰਚਾਰ ਦਾ ਸਮਾਂ ਹੈ। ਨਾਲ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਤੋਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਸ਼ਾ ਹੁੰਦੀ ਹੈ। ਕੋਈ ਐਸਾ ਵਿਰਲਾ ਗੁਰਸਿੱਖ ਹੋਵੇਗਾ ਜਿਹੜਾ ਇਸ ਮਹਾਨ ਪ੍ਰਸਾਰਣ ਨੂੰ ਮਿਸ ਕਰਦਾ ਹੋਵੇ। ਭਾਵੇਂ ਗੁਰੂ ਦਰਬਾਰ 'ਚ ਬੈਠੇ ਹੋ ਜਾਂ ਆਪਣੇ ਪਰਿਵਾਰ 'ਚ ਬੈਠੇ ਹੋ, ਇੱਕ ਦਫਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਚੁੰਮਦਿਆਂ ਹੋਇਆ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇੱਕ ਦਫਾ ਫਿਰ ਤੋਂ ਸਾਰਿਆਂ ਨੂੰ ਬੇਨਤੀ ਹੈ, ਆਖੋ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੋ ਬੋਲ ਨੇ, ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸਟ ਹਰਿਆ। ਪਰਮਾਤਮਾ ਵਿੱਚ ਲੀਨ ਹੋਣ ਤੋਂ ਪੇਸ਼ਤਰ ਜਿਹੜਾ ਸਾਰੇ ਜਗਤ ਦੇ ਪਦਾਰਥਾਂ ਦਾ ਮਾਲਕ ਹੈ, ਉਸ ਵਿੱਚ ਸਮਾਧੀ ਲੀਨਤਾ ਪ੍ਰਾਪਤ ਕਰਨ ਤੋਂ ਪੇਸ਼ਤਰ ਮਨੁੱਖ ਨੂੰ ਪਹਿਲਾ ਕਦਮ ਉਠਾਉਣਾ ਪੈਂਦਾ, ਸਤਸੰਗੀ ਹੋਣਾ ਪੈਂਦਾ।
जितनी देर सतसंगी ना होवे उतनी देर संसार सागर तो तरना नहीं हो सकता। मेरे माधव जी सतसंगत मिले सो तरया, गुर प्रसाद परम पद पाया, सूके कास्ट हरया। फिर सत्संग करदियां करदियां ऐसी खेड बन जाती, ऐसी महान महरामत बरसदी है कि मनुख गुरु किरपा का पात्र बन जाता है। गुर प्रसाद की दात झोली च पै जाती। तो जदों गुर प्रसाद की दात झोली च पैंदी है तो फिर अवस्था ऐसी बन जाती है, गुर कह पाए चलो, गुरु की रजा अनुसार जीवन हो जाता है। तो जिस दिन गुरु की रजा अनुसार जीवन हो जाता है फिर अवस्था आनंद नाल भर जाती है। सूके कास्ट हरिया। बिना प्रभु दे जप तो सिमरन तो चिंतन तो बगैर ये जीवन सुके हुए काठ की तरह है, सुकी हुई लकड़ की तरह, जिसनों ना हरियाली सो सकती, हरे पत्ते भी नहीं आते, फुलों की कामना नहीं की जा सकती, ते फलों बारे सोचा भी नहीं जा सकता। ये जन्मां जन्मां तो सुक्की लकड़ वाला वर्गा मन गुरु की संगत करदियां ते गुरु किरपा का पात्र बन के गुरु रजा अनुसार चलदियां ये समाधि लीनता तक पहुँच जाता है। साडा जीवन बड़ियां ही चिंतावां नाल भरिया है, कदी चिंता नहीं, हर वेले चिंता व्यापक रहती है और मन तड़पदा रहिंदा है। मेरे साहिब जियां दे दो बोल ने, कहंदे ने काया आरण मन विच लोहा, पंच अगन तित लाग रही, काम क्रोध लोभ मोह अहंकार ये ऐसे बलदे ने, इन्हां ते तेल नहीं पाउणा पैंदा, ये अपने आप ही हर वेले बलदे रहिंदे। ये पंज तरह की अग लगी हुई है, काया आरण मन विच लोहा, पंच अगन तित लाग रही, कोयले पाप पड़े तिस उपर। ते फिर होर भांबड़ उदों मच जाता है जदों जीवन विच पाप निवास कर लैंदा है। जीवन पाप नाल भर जाता है, मानो इस आपे बलदी हुई अग ते होर ईंधन पा दिता गया, होर लकड़ां पा दित्तियां, कोयले पा दिते। कोयले पाप पड़े तिस उपर, मन जलिया सन्नी चिंत पई। मन हर वेले जलदा रहिंदा है, तड़पदा रहिंदा है, परेशान होंदा रहिंदा है। ते जैसे लोहे नूं लोहार सन्नी नाल पकड़ के थल दिंदा है, उहदा पासा बदलदा है कि चंगी तरह तप जावे, चंगी तरह जल जावे, पिघल जावे, ते जिधर सट मारीए वो रूप अख्तियार कर लवे। इस तरह चिंता की सन्नी इसनूं बार बार थलदी रहिंदी, भाव चंगी तरह साड़न विच तपाण विच अपना योगदान चिंता पांदी है। बड़े सोहने कालम ने भी दो बोल आखे ने, मैं आप दे नज़र करदा। वो कहंदा मेरा जीवन इस तरह का है जिवें कबाब सीख ते लग्या होंदा ना, कबाबे सीख हैं हम करवटे हर सू बदलते हैं, जब जल उठता है ये पहलू तो ये पहलू बदलते हैं। फिर थोड़ा जिहा अपने आप नूं विचारां नूं बदलण दा यतन करदे बई शायद ऐ करन नाल मेरी चिंता दूर हो जाएगी, पर फिर चिंता लगी रहिंदी है। दो बोल होर आप दे नज़र करना। चिंता दी काल कोठड़ी च मनुख पिया रहिंदा है। ये भी बड़े खूबसूरत कालम दे दो बोल ने, कहंदा हजार तरह दिल ने करवटे बदली, कफस कफस ही रहा आशियां बन ना सका। पिंजरा ते पिंजरा ही है, उसनों अपना घर नहीं आख्या जा सकता। विकारां विच ग्रसिया होया हिरदा सदा दुख सहंदा होया दिखाई पैंदा है। चिंतावां नाल भरिया होया जीवन दिखाई पैंदा है।
कारण की है, इस दे जीवन दे पहला कदम शुरुआती नहीं पुटिया जा सकिया, ये सतसंगत नाल जुड़ के नहीं रह सकिया, ये जरूरी है। जैसे घर विच दरवाज़ा जरूरी है ना, ताकि कोई गलत आंसर घर विच ना आ जावन, कोई चोर चकार घर विच ना आ जावे। असी मजबूत दरवाज़ा लगवांदे हां। इस तरह मैं अर्ज करा, सतसंगत विच रहण वाला मनुख करता पुरख दी मेहरामत दा पात्र बन जाता है, बख्शिश दा पात्र बन जाता है, ते पाप दे कोयले जिहड़े बन जाते हैं और चिंता दी सन्नी नेड़े भी आउंदी हुई दिखाई नहीं पैंदी। एक बचन साहिब जियां ने साडे निमाणे जीवां ते नज़रे इनायत करदियां तरस करदियां होया होर भी आख्या है, कहंदे ने पुरखा गौर नाल विचार के देख, चिंतत ही दिसै सब कोए, चित एक तही सुख होए। एक तू ही चिंताग्रस्त नहीं है, बल्कि सारा संसार चिंता नाल ग्रसिया होया दिखाई पैंदा। ते कारण सिर्फ यह है सत संगत दुखां दा, साडे जीवन विच सानू जीवन शैली नहीं आई, जीवन सतसंगी शैली ना वाला नहीं बन सकिया। एक विद्वान पुरख दे होर दो बोल आप जी दे नज़र करना चाहता। वो कहता, हजारों मुश्किलों की सख्त मुश्किल एक यही है, तमन्ना जिंदगी की है पर जीना नहीं आता। जीवन की ख्वाहिश तो मनुख दे अंदर मौजूद है, पर जीवन का ढंग सीखण लई तैयार नहीं। जीवन सतसंगी बन के गुरु की रजा अनुसार चलण लई तैयार नहीं है, तो फिर समाधि लीनता कित्थों होवे। एक बचन होर मैं आप नाल साझा करना चाहता। बहुत ही एकाग्रता नाल सरवण करना, ताकि विचार दा मरकज समझ विच आ जाए। जीवन विच समाधि लीन होना अत्यंत जरूरी, इस तो बिना खेड नहीं बन सकती। जैसे मनुख सारा दिन काम करन तो बाद जे रात नूं भरपूर निंदरा विच शरीर ना जावे, तो फिर अगला दिन काम दा नहीं रह जाता। अगले दिन काम नसीब नहीं होंदा, कर नहीं सकता मनुख। वो बेदार देखा जाएगा, परेशान देखा जाएगा। बिल्कुल इसी तरह जप करदियां होया, सत्संग करदियां होया, जिवें शरीर का आराम निंद्रा है, इस तरह मन का चैन समाधि है। ये बड़ा जरूरी। फिर इस विचों तमाम सुख निकलता है। बोल धीरज वाले होंदे ने, जीवन धीरज वाला होंदा है, ते बुद्धि चिराग की तरह प्रज्वलित हो जाती। कितने महाबोल ने कलगीधर पातशाह जी दे, धीरज धाम बनाए यह तन, बुद्ध सो दीपक ज्यों उजियारे। जदों कोई मनुख अपने घर नूं, अपने हिरदे नूं धीरज का घर बना लैंदा है, फिर उसकी मत, उसकी बुद्धि दीपक की तरह उज्जल होंदी हुई, कम करती हुई दिखाई पैंदी। धीरज धाम बनाए है तन, बुद्ध सो दीपक ज्यों उजियारे। फिर उसनूं ज्ञान वरतों विच लियाउण दा भी पता चलदा। ज्ञाने की बड़नी मने हाथ ले, कातरता कुतवार व्यवहार है। ये बोल श्री मुखवाक पातशाही 10वीं गुरु गोबिंद सिंह साहब जी की अमृत बाणी है। साडे विच बड़े ऐसे सज्जण दिखाई पैंदे ने, जिन्होंने अमृत के दाते श्री गुरु गोबिंद सिंह महाराज जी की अमृत बाणी का जे कोई जिक्र करता होया दिखाई पै जाए ना, तो उन्होंने जहरीला जिक्र लगता है, जहर वांगू लगता है। दास बड़ी दफा हैरान होंदा है संसार ते